गुरु जी। ਇਹ ਤੁਹਾਡੇ ਤੇ ਕਿ ਤੁਸੀਂ ਉਹਨੂੰ ਬਖਸ਼ਿਸ਼ ਬਣਾਉਣੇ ਆ ਕਿ ਨਹੀਂ ਬਣਾਉਂਦੇ। ਇਸ ਕਰਕੇ ਪੁੱਤ ਹਰ ਕੰਮ ਨੂੰ ਬਖਸ਼ਿਸ਼ ਬਣਾਇਆ ਕਰੋ, ਭਗਤੀ ਬਣਾਇਆ ਕਰੋ, ਉਹਦੇ ਨਾਲ ਜੁੜਨ ਦਾ ਢੰਗ ਬਣਾਇਆ ਕਰੋ। ਤੇ ਨਹੀਂ ਤੇ ਮਾਇਆ ਇਹ ਸਭ। ਮਾਇਆ ਦੇ ਬੜੇ ਕੀਮਤੀ ਰੰਗ ਹੁੰਦੇ। ਮਾਇਆ ਹੁੰਦੀ ਕੀ ਹੈ ਵੈਸੇ? ਰੋਜ਼ ਨਿਤਨੇਮ ਕਰਦੇ ਹੋ ਨਾ, ਮਾਇਆ ਕੀ ਹੁੰਦੀ? ਇਹ ਮਾਇਆ ਜਿਤ ਹਰ, ਤੇ ਜਦੋਂ ਪਿਆਰਾ ਹੀ ਵਿਸਰ ਜੇ, ਜੇ ਫਤਿਹ ਚੋਂ ਵੀ ਪਿਆਰਾ ਵਿਸਰ ਜੇ ਤੇ ਉਹ ਵੀ ਮਾਇਆ ਹੋ ਜਾਣੀ ਨਾ। ਤੇ ਫਿਰ ਅੱਗੇ ਕੀ ਹੁੰਦਾ? ਮੋਹ ਉਪਜੇ। ਜਿਹੜੀ ਮੋਹ ਵਾਸ਼ਨਾ ਹੈ ਨਾ ਉਹ ਲੱਗ ਜਾਂਦੀ। ਤੇ ਮੋਹ ਦੇ ਉਲਟੇ ਸਵਰੂਪ 'ਚ ਜਿਹੜੀ ਉਹ ਨਫ਼ਰਤ ਤੇ ਈਰਖਾ ਹੈ, ਉਸੇ ਰੰਗ ਚੋਂ ਹੀ ਪੈਦਾ ਹੁੰਦੀ। ਜੇ ਮਤਲਬ ਹੈ ਤੇ ਮੋਹ ਹੈ ਨਾ, ਤੇ ਜੇ ਮਤਲਬ ਨਹੀਂ ਬਣਿਆ ਤੇ ਫਿਰ ਕ੍ਰੋਧ ਤੇ ਈਰਖਾ ਤੇ ਨਿੰਦਿਆ ਬਣਨੀ। ਮੋਹ ਉਪਜੇ ਭਾਉ ਦੂਜਾ ਲਾਇਆ, ਦੂਜਾ ਭਾਉ ਲੱਗ ਜਾਂਦਾ ਪਰਮਾਤਮਾ ਨੂੰ ਛੱਡ ਕੇ। ਤੇ ਸਭ ਤੇ ਇਲੂਜ਼ਨ ਹੈ, ਮਾਇਆ ਹੀ ਹੈ। ਹੁਣ ਵੇਖੋ, ਤੁਸੀਂ ਕੱਪੜੇ ਪਾਉਣੇ, ਮੈਂ ਸੋਹਣਾ ਲੱਗਦਾ, ਇਹ ਵੀ ਮਾਇਆ। ਤੁਹਾਨੂੰ ਕੀ ਪਤਾ ਤੁਸੀਂ ਕੌਣ ਹੋ? ਪਤਾ ਹੈ ਕਿਸੇ ਨੂੰ ਕੌਣ? ਇੱਕ ਬੰਦਾ ਸਾਰੀ ਜ਼ਿੰਦਗੀ ਫੇਮ ਦੇ ਮਗਰ ਮੈਂ ਮਸ਼ਹੂਰ ਹੋਵਾਂ, ਮਸ਼ਹੂਰ ਹੋਵਾਂ। ਕੌਣ ਮਸ਼ਹੂਰ ਹੋਵੇ? ਆਹ ਜਿਹੜਾ ਚਿਹਰਾ ਹੈ ਤੇ ਆਹ ਸਰੀਰ ਮਸ਼ਹੂਰ ਹੋਵੇ। ਤੇ ਇੱਕ ਦਿਨ ਮਰ ਜਾਂਦਾ। ਇਹ ਵੀ ਤੇ ਮਾਇਆ ਹੈ। ਇੱਕ ਬੰਦਾ ਸਾਰੀ ਉਮਰ ਜਿਹੜਾ ਹੈ ਕਮਾਈ ਕਰਦਾ, ਇੰਨੇ ਪੈਸੇ ਇਕੱਠੇ ਕਰਾਂ, ਇੰਨਾ ਘਰ ਬਣਾਵਾਂ, ਇੰਨਾ ਬਿਜ਼ਨਸ ਕਰਾਂ। ਹੋ ਸਕਦਾ ਹੈ ਜਿਹੇ ਦਿਨ ਬਣ ਜਾਣ ਉਦਣ ਹੀ ਮਰ ਜੇ, ਭੋਗੇ ਇੱਕ ਦਿਨ। ਉਹ ਵੀ ਮਾਇਆ। ਸ਼ੁਰੂਆਤ ਤੇ ਮਾਇਆ ਤੋਂ ਹੀ ਹੋਣੀ। ਤੇ ਮਾਇਆ ਦੀ ਪਹਿਲੀ ਖੇਡ ਏ, ਜਦੋਂ ਪਹਿਲੀ ਵਾਰ ਅਸੀਂ ਧਰਮ ਵੀ ਚੁਣਦੇ ਹਾਂ ਨਾ, ਤੇ ਇਹ ਥੋੜ੍ਹੀ ਜਿਹੀ ਗੱਲ ਸਮਝਣ ਵਾਲੀ ਏ। ਇਹਨੂੰ ਰੋਂਗ ਵੇ ਨਾ ਲੈ ਲਿਓ, ਇਹ ਸਮਝਣ ਵਾਲੀ ਹੈ। ਜਦੋਂ ਸ਼ੁਰੂ 'ਚ ਧਰਮ ਵੀ ਲੈਂਦੇ ਤੇ ਉਹ ਵੀ ਮਾਇਆ ਹੀ ਹੁੰਦਾ। ਮਨੁੱਖ ਵੱਲੋਂ ਉਹ ਮਾਇਆ ਹੁੰਦਾ, ਉਹ ਸਾਹਿਬ ਵੱਲੋਂ ਸੱਤ ਹੁੰਦਾ। ਤੁਸੀਂ ਪਰਮਾਤਮਾ ਨੂੰ ਉਦੋਂ ਪੁਕਾਰਦੇ ਹੋ, ਪਰਮਾਤਮਾ ਸੁਣਦਾ ਕਿ ਨਹੀਂ ਸੁਣਦਾ ਤੁਹਾਨੂੰ ਨਹੀਂ ਪਤਾ, ਤੁਸੀਂ ਮੰਨਿਆ ਹੈ ਮਾਇਆ ਹੈ। ਇਹ ਤੇ ਉਹਦੀ ਬਖਸ਼ਿਸ਼ ਹੈ, ਉਹਦੀ ਮਹਿਮਾ ਹੈ ਨਾ, ਉਹ ਸੁਣ ਲੈਂਦਾ। ਜਿਹੜਾ ਬਿਨਾਂ ਬੋਲਿਆ ਸੁਣ ਲੈਂਦਾ, ਬੋਲ ਨਹੀਂ ਸੁਣੇਗਾ। ਅਸੀਂ ਜੋ ਮੰਨਦੇ ਹਾਂ, ਧਰਮ ਦੀ ਸਟਾਰਟਿੰਗ, ਸ਼ੁਰੂਆਤ ਦੀ ਦੁਨੀਆ 'ਚ ਸਾਡੇ ਵੱਲੋਂ ਮਾਇਆ ਹੀ ਹੁੰਦੀ। ਇਹ ਬੜੀ ਸੁੰਦਰ ਚੀਜ਼ ਹੈ। ਕਮ ਸੇ ਕਮ ਉਹ ਚੁਣੋ ਜੋ ਸੱਚ ਦੇ ਨੇੜੇ ਲੱਗਦੀ। ਸਭ ਤੋਂ ਕਲੋਜ਼ ਟੂ ਕਲੋਜ਼ ਚੁਣੋ, ਉਹ ਜਿਹੜੀ ਨੇੜੇ ਲੱਗਦੀ। ਫਿਰ ਜਿਹੜੀ ਝੂਠ ਹੈ, ਜਿਹਦੇ 'ਚੋਂ ਕੁਝ ਨਿਕਲਣਾ ਹੀ ਨਹੀਂ, ਚੁਣੋ ਹੀ ਕਿਉਂ? ਜਦੋਂ ਮਾਇਆ ਹੀ ਚੁਣਨੀ ਹੈ ਤੇ ਫਿਰ ਉਹਨੂੰ ਚੁਣੋ। ਤੇ ਜਦੋਂ ਮਾਇਆ ਦੇ ਵਿੱਚ ਪਾਕ ਪਵਿੱਤਰਤਾ ਤੇ ਸੱਚਾਈ ਦੀ ਨੇੜਤਾ ਨੂੰ ਚੁਣੀਏ ਨਾ, ਤੇ ਉਹ ਜਿਹੜਾ ਡਾਢਾ ਏ ਉਹ ਉਸ ਮਾਇਆ ਨੂੰ ਵੀ ਸੱਤ ਕਰ ਦਿੰਦਾ। ਇਹ ਉਹਦੀ ਖੂਬਸੂਰਤੀ ਹੈ, ਬੜੀ ਡਾਢੀ ਤੇ ਬੜੀ ਅਚਰਜ। ਇੰਨੀ ਸੁੰਦਰ ਏ। ਐਵੇਂ ਥੋੜ੍ਹੀ ਉਹ ਜਿਹੜੇ ਭਗਤ ਜਨ ਨੇ ਉਹ ਗਾਹਟ ਦੇ ਕੇ ਉਹ ਠੱਗ ਗਏ ਤੇ ਸਾਰੇ ਜੱਗ ਨੂੰ ਠੱਗਿਆ ਹੋਈ ਲਾਈ ਹੈ। ਉਹ ਜਿਹੜਾ ਆਪ ਹੈ ਉਹ ਠੱਗਣ ਵਾਲਾ ਹੈ। ਤੇ ਠੱਗ ਪਤਾ ਕਿੱਦਾਂ ਦੇ ਹੁੰਦੇ? ਤੁਹਾਡਾ ਅਮਰੀਕਾ ਸਾਰਾ ਠੱਗ ਹੀ ਹੈ। ਇੰਡੀਆ ਜਿਹੜਾ ਉਹ ਚੋਰ ਮਿਲ ਜਾਂਦੇ, ਡਾਕੂ ਮਿਲ ਜਾਂਦੇ। ਉਹ ਡਰਾ ਡਰੂ ਕੇ ਕੋਈ ਚੈਨੀ ਖੋ ਕੇ ਭੱਜ ਗਿਆ, ਕਿਸੇ ਨੇ ਡਰਾ ਕੇ ਕਿਹਾ ਵੀ ਕੱਢ ਇੰਨੇ ਪੈਸੇ। ਤੇ ਠੱਗ ਹੁੰਦੇ ਕਿ ਉਹ ਆਪਣੇ ਆਪ ਬੰਦਾ ਦੇ ਦਿੰਦਾ ਕਿ ਆਲੇ ਫੜ। ਉਹਨੂੰ ਲੱਗਦਾ ਨਹੀਂ ਮੇਰਾ ਭਲਾ ਹੈ। ਜਿਵੇਂ ਠੱਗਾਂ ਦੀ ਕਹਾਣੀ ਸੁਣੀ ਹੈ ਨਾ, ਉਹ ਬੱਕਰੀ ਲੈ ਕੇ ਸ਼ਹਿਰ ਤੋਂ ਆਉਂਦਾ ਸੀ ਕੋਈ, ਤੇ ਠੱਗਾਂ ਨੇ ਸਲਾਹ ਕਰ ਲਈ ਕਿ ਇਹਦੇ ਕੋਲ ਬੱਕਰੀ ਖੋਹ ਲੈਣੀ। ਤੇ ਉਹ ਪਹਿਲਾ ਠੱਗ ਰਸਤੇ 'ਚ ਜਾਂਦਿਆਂ ਮਿਲਿਆ ਕਿ ਕੁੱਤਾ ਕਿੱਥੋਂ ਲੈ ਕੇ ਆਉਣਾ? ਤੂੰ ਕਹਿੰਦਾ ਕੁੱਤਾ ਇਹ ਬੱਕਰੀ ਹੈ, ਮੈਂ ਤਾਂ ਇੰਨੀ ਮਹਿੰਗੇ ਭਾਅ ਦੀ ਲੈ ਕੇ ਆਇਆ, ਮਹਿੰਗੇ ਮੁੱਲ ਦੀ ਲੈ ਕੇ ਆਇਆ। ਉਹ ਕਹਿੰਦਾ ਐਵੇਂ ਤੈਨੂੰ ਕਿਸੇ ਨੇ ਧੋਖਾ ਦਿੱਤਾ, ਕੁੱਤਾ ਏ। ਤੇ ਕੁੱਤੇ ਕਦੀ ਦੁੱਧ ਦਿੰਦੇ ਹੁੰਦੇ? ਉਹ ਇਹ ਗੱਲ ਕਹਿ ਕੇ ਅੱਗੇ ਚਲਿਆ ਗਿਆ। 2-4 ਕਿਲੋਮੀਟਰ ਬਾਅਦ ਇੱਕ ਹੋਰ ਮਿਲਿਆ। ਤੇ ਉਹਨੇ ਕਿਹਾ ਕੁੱਤਾ ਬੜਾ ਸੋਹਣਾ ਹੈ। ਉਹ ਕਹਿੰਦਾ ਭਰਾ ਬੱਕਰੀ ਹੈ, ਕੁੱਤਾ ਨਹੀਂ। ਉਹ ਕਹਿੰਦਾ ਅੱਛਾ ਤੂੰ ਅੱਜ ਖਾਧਾ ਕੀ ਹੀ, ਕਮਲਾ ਤਾਂ ਨਹੀਂ ਹੈ? ਕੁੱਤੇ ਨੂੰ ਬੱਕਰੀ ਸਮਝੀ ਜਾਂਦਾ। ਉਹ ਵੀ ਇੰਨੀ ਗੱਲ ਕਰਕੇ ਗਾਂਹ ਚਲਾ ਗਿਆ।
कुछ मीलों बाद एक होर मिलिया। वो कहंदा कित्थों आया? कहंदा शहरों आया। तो कहंदा नवीं नस्ल का कुत्ता बड़ा सोहना है। उन्होंने सोची पै गया हम कि तीजा बंदा मिल गया, कुछ तो गड़बड़ काम है, इन्ने बंदे गलत थोड़ी हो सकते, मैनू भुलेखा लगन लिया। कुछ मीलों बाद एक होर मिलिया। उन्हें कहा इदां दा कुत्ता तो साडे पिंड भी है, तू शहरों कित्थों लई आउणा? जो 5-4 जाने मिले उन्होंने भी लगन लग पाया बकरी नहीं कुत्ता है। तो उन्हें वो जी रस्सी ही पकड़ी, वो छड्डती ते वो घर नूं आ गया। ठग्गां ने बकरी फड़ी ते घर नूं लै गए। इत्थे तुहाडे कोल इदां ही ना, इहदी इंश्योरेंस $10,000 नहीं देना, 300 दो बहुत है, हर महीने दई जाओ। पर तो जो बिल बना के देंदे वो कहते 2 लाख तुहाडा बिल बनया, पर तुहाडी इंश्योरेंस के हिसाब नाल तुहाडा 20,000 ही बनया। बंदा बड़ा खुश हुंदा। हुण उन्होंने कौन समझावे भी तेरा लगा ही 20 लाख लगा नहीं। तो तुसीं सोचो कि वो किड्डा तगड़ा ठग होएगा जिन्हें बेअंत दुनिया नूं रजाया है, वो किदां दा होएगा। ओह ही है तुहाडे विच एक भैणा जिहड़ी है वो लभण डई है किते रब मिल जाए ना, ਉਹਦੇ ਵਿੱਚ ਹੀ ਉਹਦੇ पति ਦੇ ਵਿੱਚ भी है। सवेरे उठ के नितनेम कर लेंदी, 10 ਵਜੇ उठ के पति ਨਾਲ लड़ लेंदी। ਉਹਨੂੰ पता नहीं लगन ਡਿਆ कि वो ठग ਇਹਦੇ 'ਚ भी बैठा ਜਿਹਦੇ ਨਾਲ लड़ रही। पति भी इदां ही कर रहा। वो बाकी सारियां च रब, गुरुद्वारियां च, मंदिरां मस्जिदां च रब खोजन डिया है, घर परिवार च नहीं उन्होंने लभन डिया, क्योंकि माया है। अपने आप च भी नहीं मिलन डिया। किन्ना पा कमाल है ना। महा ठग है, महा छलिया है। तो फिर उन्होंने पाउण का तरीका है कि उन्नी पाक खेड नूं चुनो। बस जो पाक लगती, जो पवित्र लगती उन्होंने चुनो, जो नेड़े दी है उन्होंने चुनो। तो जिस दिन खेड समझ आएगी ना, बड़ा महारंग बनेगा। फिर तो तमाशा है। तो कल ही गुरसिख कहते कहते खेड है, कहीं कहते जिमें तुहानूं वालीबाल खिडाईदा ना, वालीबाल खेडते हो ना, गेम खेडते कोई जितन हारन ना मतलब नहीं है कोई, पता है खेड है। जित्तिया कुछ हो नहीं जाना, हारिया कुछ गवाच नहीं जाना, पर फिर भी अपनी खेड पूरी रीझ ना खेडनी है। बस पूरे पाक तरीके ना, पूरी पवित्र, पूरी ईमानदारी ना खेडनी है। बस तो जदों तुसीं गेम खेडते होंदे ध्यान रखा करो कि अपनी पूरी रीझ ना खेडनी। आ टेस्ला वाले वांगू नहीं करना भी तीजी गेम ते बस खत्म, ते ना वो गूगल वाले वांगू करना। पूरी रीझ ना खेडना है। इसे तरह जीवन की खेड नूं भी पूरी रीझ ना खेडना है, तो उन्हें प्रगट हो जाना। जिहड़ा माया की धुंध है लथ जानी, ये जिहड़ा भरम है पासे हो जाना। तो फिर हर क्षण चों वो दिखाई देगा। तो सतगुरु की बात नूं, सतगुरु के रंगां नूं, सतगुरु की फतेह नूं पूरी रीझ ना बुलाउणा। बड़ा ही कुछ है जिहड़ा समझण वाला है। बड़ियां ही चीज़ां ने जिहड़ियां मानण वालियां ने, बड़ियां ही चीज़ां ने जिहड़ियां जानण वालियां ने। पर प्रेम च रहा करो, प्रेम नूं कमाया करो। ठीक है? हाँ जी। तेनू प्रेम समझ आया? हाँ जी। की हुंदा प्रेम? प्रेम जो ਸਿੰਘ ਗੁਰੂ ਸਾਹਿਬ ਨੂੰ ਹਰ ਵੇਲੇ ਯਾਦ ਕਰਦੇ ਉਹਨਾਂ ਨੂੰ, ਹਰ ਆਪਣੇ ਸੈਕਿੰਡ ਨੂੰ ਉਹਨਾਂ ਦੇ ਚਰਨਾਂ 'ਚ ਰੱਖਣਾ ਹੈ। एक पुत प्रेम ही इहो जी चीज़ है जिहड़ी दसी नहीं जाती। प्रेम की खूबसूरती ये है कि वह माणी जाती, जी जाती, पर दसी नहीं जाती। मछली नूं जाके पूछोगे ना
कि सागर किदां दा, ते हो सकदा कह दे आ इदां दा। ते जे उहनूं पुछो तेरा उहदे नाल रिश्ता किदां दा, ते दस नहीं सकदे। पर उहदी तड़फ दसेगी जदों पानी तो दूर हुंदी। उहदी वो जिहड़ी तड़फण दी वो जिहड़ी मौत है ना, वो दसे बयां करेगी कि ये किन्नी, बोल के नहीं दस सकेगी कि किन्नी। उहदी तड़फ दिखाई देगी कि किन्ना प्रेम है। प्रेम ना पुछना भी मूर्खता है, प्रेम ते दसना भी मूर्खता है। पुछना भी बिल्कुल मूर्खता है, दसना भी बिल्कुल मूर्खता है। पुछण वाले नूं कदी जवाब नहीं मिलिया, ते जवाब देण वाले को अज तक कदी बयान नहीं होया। कोई सवाल हैगा फौजां दा? नहीं, गहरे जाई जाना, फिर तुहाडी समझ च नहीं आउणा है की बोलन दे। तुसीं अपने ही मन तो कोई ना कोई कहानी आपे बना लेनी कि शायद आ कहण दे। कोई सवाल पुछ लो, उस सवाल के मुताबिक जिहड़ा है जवाब आ जाएगा। हौमे इत्थे जो आप जी के कोल आउने इस औरे दे विच आउने फिर वो हौमे ਜਿਹੜੀ आ के लगदा भी टुटदी पई, पर जो वापस घरे जाने हौमे आप जिन्ना मर्जी जोर लाई जाओ, बाकी ठीक है प्रेम का भी गुरु साहब कृपा भी करते हैं, मन च मन भी लगता, पर हौमे नहीं टुटदी जी एक बार बन जाती है, उन्होंने बथेरा कोशिश करी है। सवाल वो पुछो जिहदे च असीं फसीए ना। सानूं एक बार जसदेव खालसा जी के गृह च पुछ बैठे ही सारे जाने भी मत्था साधु नूं टेकना चाहिए कि नहीं टेकना चाहिए, ही उदों दे हुक्म ला ला मर गए, बहुत फसे। होर कोई पुछो और जिहदे च असीं शामिल ना होई, आ शरीर नहीं शामिल होना चाहिए। ये किहड़ा सवाल होया कि तुहाडे कोल आया टुट जाती है, इत्थे लगदा नहीं हुंदी, उत्थे जाने ते हुंदी है, इदां नहीं। हुकनामा साहब गुरु साहब ने बख्शिया सी मन मांझे सच सोच, मन नूं किवें मांझिया जा सकदा? सब तो पहला तो समझना पवेगा कि मन जिहड़ा है वह जोत स्वरूप है। जे जोत स्वरूप है तो इहदे च मैल की है? ਇਹਦਾ मतलब है मन कुछ हो रहे, पर मन की शक्ति ते मन के उत्ते जिहड़ी असीं माया धुंध जमाई है, जिवें शीशे ते मिट्टी पै जावे ते शीशे का अक्स जिहड़ा है ना प्रतिबिंबित करने वाला वो खत्म हो जाता। इस तरह मन पिछे ते साफ है, बिल्कुल जोत स्वरूप है। जिवें शीशा पिछे साफ है, माड़ी जी अगों मिट्टी हटा दिओ तो शीशा साफ है। मन जिहड़ा है वह भी पाक है, बहुत पाक है, क्योंकि वह जोत स्वरूप है। बस उत्ते माया की थोड़ी जी धुंध है, वो जिहड़ी मैल है उन्नू मांझना है। तो वह मैल काहदी है? वो आकर्षण ने, वासनावां ने, मंगां ने, स्वार्थ ने, जिहड़े ही आसे पासियों इकट्ठे कर ले। वो जिहड़ी मैल है उन्नू लाउणा ही मांझना हुंदा। उस साहिब दी खेड दे विच तुसीं मां नाल सिर्फ इदां ही जीवो कि ये मां जिहड़ी है वो परमात्मा जी इहदे अंदर ने, उन्हें ये रचना रची है, वो मेरी मां बनिया। ते उस रिश्ते च मैल नहीं लगेगी। पति पत्नी दे रिश्ते दे विच जे तुसी सिर्फ इन्ना ही वेखो कि ये मेरे गुरु ने एक खेड रची है,
ਤੇ ਜੇ ਮੇਰੇ ਗੁਰੂ ਨੇ ਖੇਡ ਰਚੀਏ ਤੇ ਫਿਰ ਇਹ ਮਹਾਰੰਗ ਹੋਏਗਾ। ਮੇਰੇ ਸਤਿਗੁਰੂ ਨੇ ਇਹ ਰਚਨਾ ਰਚੀਏ, ਬੜਾ ਮਹਾਰੰਗ ਹੋਏਗਾ। ਪਰ ਹੋ ਕੀ ਰਿਹਾ ਹੈ ਕਿ ਮਹਾਰੰਗ ਹੈ? ਕਿਉਂ ਨਹੀਂ ਹੈ? ਕਿਉਂਕਿ ਮੰਗਾਂ ਨੇ, ਸਵਾਰਥ ਨੇ। ਗੁਰੂ ਨੇ ਤੇ ਕਿਤੇ ਨਹੀਂ ਕਿਹਾ ਮੰਗਾਂ। 4 ਹੀ ਲਾਵਾਂ ਨੇ, 4 ਲਾਵਾਂ 'ਚ ਕਿਤੇ ਕਿਹਾ ਕਿ ਇੱਕ ਦੂਜੇ ਤੋਂ ਮੰਗਿਓ। ਗ੍ਰਸਥ ਮਾਰਗ 'ਚ ਕਿਤੇ ਹੀ ਕਿਹਾ ਹੋਵੇ ਇੱਕ ਦੂਜੇ ਤੋਂ ਮੰਗਿਓ। ਇੱਥੇ ਬੜੀ ਖੂਬਸੂਰਤੀ ਸੀ ਕਿ ਤੁਸੀਂ ਉਹ ਜਿਹੜਾ ਜੀਵਨ ਸਾਥੀ ਹੀ, ਉਸ ਦੇ ਨਾਲ ਜਿੰਨਾ ਜੀਵਨ ਮਿਲਿਆ ਹੈ ਉਹਨਾਂ ਬਤਾਉਣਾ ਹੈ, ਪਰ ਉਹਦੇ ਤੋਂ ਮੰਗ ਕੋਈ ਨਹੀਂ ਹੈ, ਉਹਦੇ ਤੋਂ ਸਵਾਰਥ ਕੋਈ ਨਹੀਂ ਹੈ। ਇੱਕ ਇਹਦੇ 'ਚ ਹੋਰ ਬੜੀ ਕੀਮਤੀ ਬਾਤ ਹੈ ਕਿ ਜਿਹੜੀ ਇਹ ਪਤੀ ਪਤਨੀ ਦੀ ਜੋੜੀ ਹੁੰਦੀ, ਸਭ ਤੋਂ ਨੇੜੇ ਹੁੰਦੀ। ਤੁਸੀਂ ਬਾਹਰ ਦੁਨੀਆ ਨਾਲ ਪਖੰਡ ਕਰ ਸਕਦੇ ਹੋ ਕਿ ਮੈਂ ਸਾਧੂ ਬੜਾ, ਮੈਂ ਗੁਰਸਿੱਖ ਬੜਾ, ਮੈਂ ਸਿਆਣਾ ਬੜਾ, ਮੇਰੇ ਚਾਲਸ ਨਹੀਂ, ਆਪੋ ਚਾਹੁੰਦੀ ਨਹੀਂ ਕਰ ਸਕਦੇ। ਸ਼ਾਇਦ ਇਹ ਵੀ ਵਜ੍ਹਾ ਹੈ ਕਿ ਬਾਹਰ ਮਿੱਤਰ ਨੂੰ ਕਹੀਏ ਨਾ ਕਿ ਮੈਂ ਤੇ ਬੜਾ ਬਹਾਦਰ ਹਾਂ, ਭਾਵੇਂ ਮਿੱਤਰ ਜਾਣਦਾ ਵੀ ਹੋਵੇ ਨਾ, ਤਾਂ ਵੀ ਕਹਿ ਦਿੰਦਾ ਨਹੀਂ ਨਹੀਂ ਬਹੁਤ ਬਹਾਦਰ ਹੈ। ਸ਼ਾਇਦ ਜਿੰਨਾ ਮਿੱਤਰ ਨਾਲ ਝੂਠ ਬੋਲਦਾ, ਇਹਨਾਂ ਤੇ ਦੁਸ਼ਮਣ ਵੀ ਨਹੀਂ ਬੋਲਦਾ ਹੁੰਦਾ। ਮਿੱਤਰਤਾ ਵੀ ਝੂਠ ਤੇ ਟਿਕ। ਪਰ ਰੌਲਾ ਇਹ ਸੰਸਾਰੀ ਰਿਸ਼ਤੇ ਦੇ ਵਿੱਚ ਪਤਨੀ ਬਾਹਰਲਿਆਂ ਸਾਰਿਆਂ ਨੂੰ ਤੇ ਝੂਠ ਬੋਲੀ ਜਾਏਗੀ ਕਿ ਨਹੀਂ ਨਹੀਂ ਇਹ ਚੰਗੇ ਨੇ, ਬੜੇ ਵਧੀਆ ਨੇ, ਪਰ ਉਹਨੂੰ ਨਹੀਂ ਕਹਿੰਦੀ, ਉੱਥੇ ਸੱਚ ਹੀ ਬੋਲਦੀ, ਪਤਾ ਨਹੀਂ। ਤੇ ਹਉਮੈ ਫਿਰ ਤਾਈਓ ਸਾਡੇ ਤੋਂ ਦੂਰ ਜਾ ਕੇ ਵੱਧਦੀ ਹੈ ਨਾ। ਇੱਥੇ ਕਹਿੰਦੀ ਨਹੀਂ, ਇੱਥੇ ਵੀ ਕਵੇ ਤੇ ਆਪੇ ਇੱਥੇ ਵੀ ਹਉਮੈ ਆ ਜਾਏ। ਇਹ ਬੜੀ ਖੂਬਸੂਰਤੀ ਹੈ। ਸੇਮ ਝਿੜਕ ਮਾਰੋ ਪਤਨੀ ਨੂੰ ਜਾਂ ਪਤੀ ਨੂੰ, ਪਰ ਜਿਸ ਦਿਨ ਤੁਸੀਂ ਪਾ ਕੇ ਅੱਗੋਂ ਲਾਡ ਕਰੇਗਾ ਤੁਹਾਡੇ ਨਾਲ, ਜੇ ਤੁਸੀਂ ਪਾ ਕੇ ਹਿਰਦੇ ਨਾ ਮਾਰੀ ਤੇ। ਪਰ ਜਿਸ ਦਿਨ ਤੁਸੀਂ ਆਪਣੇ ਹੰਕਾਰ ਵਸ ਮਾਰੀ, ਉਹਨੇ ਬਰਦਾਸ਼ਤ ਹੀ ਨਹੀਂ ਕਰਨੀ। ਸਤਿਗੁਰੂ ਨੇ ਇੱਕ ਮੀਟਰ ਲਾਤਾ ਤੁਹਾਡੇ ਆਲੇ ਦੁਆਲੇ। ਹੁਣ ਜਿੱਥੇ ਟੈਂਪਰੇਚਰ ਥੋੜਾ ਜਿਹਾ ਵੱਧਦਾ ਉਹ ਦੱਸਦਾ ਕਿ ਤੂੰ ਗੜਬੜੀ। ਹੁਣ ਇਹਦਾ ਮਤਲਬ ਇਹ ਨਾ ਕੱਢ ਲਿਓ ਕਿ ਖਾਲਸਾ ਤੁਸੀਂ ਲੜੋ ਤੇ ਖਾਲਸਾ ਕਹੇ ਬਾਅਦ 'ਚ ਨਾ ਸਾਡਾ ਲਾ ਦਿਓ ਕਿ ਖਾਲਸਾ ਜੀ ਤੇ ਕਹਿੰਦੇ ਹੀ ਮੇਰਾ ਤਾਂ ਕੰਮ ਹੀ ਆ ਦੱਸਣਾ, ਮੇਰਾ ਕਸੂਰ ਥੋੜੀ। ਇਹਨੂੰ ਆਪਣੇ ਆਪਣੇ ਤੇ ਰੱਖਿਓ। ਤੇ ਜਿਸ ਦਿਨ ਤੁਸੀਂ ਜੀਵਨ ਦੇ ਰੰਗਾਂ ਨੂੰ ਮਾਣੋਗੇ, ਉਸ ਦਿਨ ਇਹ ਮਹਾਰੰਗ ਬਣੇਗਾ, ਮਹਾ ਖੂਬਸੂਰਤੀ ਬਣੇਗੀ ਉਸ ਦਿਨ। ਬਸ ਫਰਕ ਇੰਨਾ ਹੈ ਕਿ ਪਾਕ ਚੱਲਦੇ ਰਹੋਗੇ। ਤੇ ਜਿੱਥੇ ਕੋਈ ਗੜਬੜ ਹੋਵੇ ਉੱਥੇ ਕਹਿ ਦਿਓ ਕਿ ਇਹ ਗੜਬੜ ਹੈ। ਇੱਕ ਦੂਜੇ ਦੀ ਬਾਤ ਨੂੰ ਸਮਝਿਆ ਕਰੋ। ਜੇ ਪਤਨੀ ਕਹਿੰਦੀ ਹੈ ਕਿ ਅੱਜ ਮੇਰਾ ਮਨ ਠੀਕ ਨਹੀਂ, ਅੱਜ ਇਹ ਚੰਚਲ ਹੈ, ਅੱਜ ਇਹ ਇੱਧਰ ਉੱਧਰ ਕਰਦਾ ਹੈ, ਤੇ ਉਸੇ ਵੇਲੇ ਫਿਲਾਸਫਰ ਬਣ ਕੇ ਸਮਝਾਉਣਾ ਨਹੀਂ ਸ਼ੁਰੂ ਕਰ ਦੇਣਾ। ਕਈ ਵਾਰ ਸਾਨੂੰ ਆ ਕੇ ਕਈ ਜੀ ਸ਼ਿਕਾਇਤ ਲਾਉਂਦੇ ਨੇ, ਦੋਵਾਂ ਜੀਆਂ ਚੋਂ ਇੱਕ ਜੀ ਆ ਕੇ ਸ਼ਿਕਾਇਤ ਲਾਉਂਦਾ ਕਿ ਉਹ ਭੈਣਾਂ ਕਈ ਵਾਰ ਕਹਿ ਦਿੰਦੀਆਂ ਖਾਲਸਾ ਜੀ ਤੁਹਾਡੇ ਤੋਂ ਬਾਅਦ ਇਹ ਵੀ ਖਾਲਸਾ ਜੀ ਹੁੰਦੇ ਸਾਰੇ। ਸਿਰਫ ਮੁਹੱਬਤ ਨਾਲ, ਪੂਰੇ ਪਾਕ ਹਿਰਦੇ ਨਾਲ। ਦੇਖੋ ਅਸੀਂ ਪਹਿਲਾਂ ਹੀ ਕਿਹਾ ਹੈ ਕਿ ਖੇਡ ਏ, ਮਾਇਆ ਦੀ ਖੇਡ ਏ, ਭਰਮ ਦੀ ਖੇਡ ਏ, ਤੇ ਪਾਕ ਨੂੰ ਚੁਣਨਾ ਹੈ ਬਸ। ਮਾਇਆ ਨੂੰ ਤੋੜਨ ਦਾ ਇੱਕ ਹੀ ਢੰਗ ਹੈ, ਪਾਕ ਚੁਣੀ ਚੱਲੋ ਬਸ। ਕਿਉਂਕਿ ਜਿੱਥੇ ਪਾਕ ਪਵਿੱਤਰਤਾ ਆ ਗਈ, ਉਹਨੇ ਮਾਇਆ ਦੀ ਧੁੰਦ ਨੂੰ ਤੋੜ ਦੇਣਾ। ਪਾਕ ਹੀ ਸੱਚ ਹੈ, ਤੇ ਸੱਚ ਦੇ ਪ੍ਰਕਾਸ਼ ਅੱਗੇ ਧੁੰਦ ਦੀ ਕੁਝ ਕੋਈ ਨਹੀਂ ਚੱਲਦੀ। ਇਸ ਕਰਕੇ ਪਾਕ ਨੂੰ ਚੁਣਨਾ ਹੈ ਤੇ ਪੂਰੀ ਇਮਾਨਦਾਰੀ ਨਾਲ ਚੁਣਨਾ ਹੈ। ਬਾਕੀ ਬਾਤ ਕਰੀਏ ਹਉਮੈ ਦੀ, ਤੇ ਹਉਮੈ ਭਰਮ ਹੈ ਬਸ, ਮੈਂ ਦਾ ਭਰਮ ਹੈ।
सानू गल दिमाग च आ रही है, जो याद आ गई तो थोड़े दिन पहला कोई गुरसिख पुछ रहे सी, शायद इदां दा ही कोई सवाल सी उन्हां दा भी, कि कई बार जिहड़ा जी है वो प्यार करदा है जां भगती करदा है, वो पंक्ति केड़ी सी लखविंਦਰ खालसा जी तुहीं ही लागे जिस दिन बात चलदी ही शायद, हाँ हाँ पापी कि तू बख्शणहार है मैं पापी। तो इन्हां नाल हस रहे ही कि एक अवस्था वो है जदों असीं कहने ना कि हाँ पापी हाँ, कि मैं पापी हाँ तू बख्शणहार है, तो ध्यान मैं ते मेरे पाप ते होएगा। मेरे पाप तो मैं दुखी हाँ, मैं उहदे तो निजात चाहुंदा है, मुक्ति चाहुंदा है। उस ध्यान तो एक बार ही गाउने आ कि मैं पापी हाँ तू बख्शणहार है। अवस्था वधदी जावे तुसीं वो महारंग जिहड़ा गुरसिख दा है, साधु दा है, उत्थों तक पहुँच जाओ। फिर जदों इनू ही गाओगे तो तुहां ध्यान उहदी बख्शिंदगी दे पाप ते नहीं होएगा। हुण तुसीं उसे मनुख दियां दो अवस्थावां नूं वेखोगे, इक्को ही पंक्ति गा रहा है, एक ते की गा रहा है कि मैं पापी हाँ। किते ना किते अंदर स्ट्रैस होएगी, किते ना किते अंदर चिंता होएगी, किते ना किते अंदर दुख होएगा, किते ना किते तड़फ होएगी छेती ना छुट्टण दी। अजे परमात्मा ते नहीं है, अजे अपने ते ही है। हालांकि ये भी चंगा है कि अपनी बुराई नूं छड्डना चाहुंदा है, अपने मन नूं मांजना चाहुंदा है, ये भी चंगा है, बुरा ये भी नहीं है। पर जिस दिन अगली खेड़ च गया उस दिन तू बख्शेन दे बस। ते किद्दां दा बख्शेन दे उस दिन उस प्यारे दे उस गुण ते उहदी रहमत ते उहदी बख्शिश ते उहदे ओ जिहड़ा पसारा है ना उहदे ते ध्यान है सारा। ते तुसीं सोचो गाउंदियां ही महारंग बनेगा, सुरत च आउंदियां ही महा किरपा होएगी। उस दिन चिंता च नहीं होएगा, उस दिन डर च नहीं होएगा, उस दिन महा खेड़े च होएगा। जिस दिन ध्यान मैं तो तू ते चलिया गया, बस वो तू नू जानने की कोशिश करनी है, मैं नू मनफी करना है। तू दी खेड़े उथों तक पहुंचना है, बस यत्न करते जान। सब तो जरूरी है कि गुणा का प्रगटारा जिहड़ा है गुणा नू पाउण दी खेड़ च उतरिया करो। जिहड़े अभ्यास आप जी नू गुणा दी कमाई दे दिंदे आ उन्हां नू तगड़े होके करिया करो। जिस दिन कोई भी अभ्यास तुसीं एक कमा लिया तो कोई एक गुण प्रगट हो गया तो तुसीं हैरान होना, उस दिन पकड़ चाहनी है कि गुण रूप वो आप आ, मैं नहीं हाँ। आसे पासे दे लोग कहणगे तू बड़ा चंगा है, तेरा सुभाਅ चंगा है, तू इदां दया करदा, पर तुसीं दुहाई दोगे कि मैं कित्थे करदा है, कोई दया है जिहड़ी वह रही है, बस मैं नहीं करदा। वो कहणगे तेरे चो खुशबू आउंदी है, तू खुशबू बखेरदा है, पर तुसीं कहोगे मैं नहीं है, कोई खुशबू पैदा कर गया, बस वो आ रही है, पता नहीं कित्थों आ रही। जिस दिन ज्ञान भी प्रगट होएगा ते तुसी ज्ञान ते भी हंकार नहीं कर पाओगे। तुसीं वेखोगे धारा है, बस आ रही है, तुहाडी नहीं है। कई बार सिंगड़ी सानू हासे ना कह देंदी हुंदी कि मैनू ना इदां अखां बंद करके ते आ चीज़ जिहड़ी ना दे दो। वो भोला इन्ना कई बार कह देगा, उसकी चुन्नी ना लभदी होवे ते कहेगी अखां बंद करके वेखो चुन्नी कित्थे पई मेरी, ते इहनूं कहांगे भी तू दौड़ जा इत्थों आडे लाग। अगों हसूगी भी लै जे बंदे को गहने होण ते उहनूं पौने पूने चाहिए है कि एवें बस संभालण दा की फायदा, संभालदे ही रहिंदे बस, इहनूं किते दे दू देने चाहिए अगे, है ना। की करनियां शक्तियां इन्नियां संभाल के। ਇਹਨੂੰ ਕਹਾਂਗੇ ਤੈਨੂੰ ਕਿੰਨੇ ਕਿਹਾ ਸਾਡੇ ਕੋਲ ਸ਼ਕਤੀਆਂ ਨੇ, ਸਾਡੇ ਕੋਲ ਹੈਗੀਆਂ, ਤੂੰ ਵੇਖੀ ਕਦੇ? ਤੂੰ ਕਹੇਗੀ ਮੈਨੂੰ ਪਤਾ। ਇੱਕ ਦਿਨ ਉਹਨੂੰ ਸਮਝਾਉਣ ਡੇ ਸੀ ਕਿ ਪੁੱਤ ਸਾਰੀ ਉਹਦੀ ਕਾਇਨਾਤ ਹੈ, ਉਹਦਾ ਆਪਣੇ ਸਵਰੂਪ 'ਚ ਜਦੋਂ ਆਪ ਹੀ ਆਪ ਹੈ ਤੇ ਸਭ ਉਹਦਾ ਹੈ, ਤੇ ਤੈਨੂੰ ਕੌਣ ਸਮਝਾਵੇ? ਸੰਭਾਲਣਾ ਹੀ ਨਹੀਂ ਪੈਂਦਾ। ਇਹੀ ਇੱਕ ਇਹੋ ਜਿਹਾ ਖਜ਼ਾਨਾ ਹੈ ਜਿਹੜਾ ਉਹ ਆਪ ਇਹਨੂੰ ਸੰਭਾਲਣਾ ਨਹੀਂ ਪੈਂਦਾ।
ਤੇ ਇਹ ਆਪਣੇ ਆਪ ਹੁਕਮ 'ਚ ਵਹਿੰਦਾ ਹੈ, ਇਹ ਆਪ ਪ੍ਰਗਟ ਹੁੰਦਾ ਹੈ, ਆਪ ਖੇਡ 'ਚ ਜਾਂਦਾ ਹੈ। ਇਹਨੂੰ ਸੰਭਾਲਣਾ ਨਹੀਂ ਪੈਂਦਾ ਤੇ ਕਿਸੇ ਇੱਕ ਸਰੀਰ ਦਾ ਨਹੀਂ ਹੈ। ਉਹਦੀ ਇੱਕ ਆਪਣੀ ਖੇਡ ਹੈ, ਇੱਕ ਆਪਣਾ ਰੰਗ ਹੈ। ਗਹਿਣੇ ਤੇ ਸੰਭਾਲਣੇ ਪੈਂਦੇ, ਲੋਕਰਾਂ 'ਚ ਲਾ ਲਾ ਕੇ, ਚੋਰ ਦਾ ਡਰ ਰਹਿੰਦਾ। ਇਹਨਾਂ ਨੂੰ ਤੇ ਕੋਈ ਚੋਰੀ ਕਰ ਹੀ ਨਹੀਂ ਨਾ ਸਕਦਾ, ਕੌਣ ਕਰੇਗਾ? ਤੇ ਰੌਲਾ ਇਹ ਕਿ ਜਿਹੜੀ ਉਹ ਗਿਆਨ ਦੀ ਧਾਰਾ ਇਸ ਹਿਰਦੇ 'ਚੋਂ ਵਹਿ ਰਹੀ ਹੋਏਗੀ, ਇਸ ਰਸਨਾ ਤੋਂ ਵਹਿ ਰਹੀ ਹੋਏਗੀ, ਉਹ ਤੇ ਗੁੰਗੇ ਦੇ ਕੋਲ ਵੀ ਹੈ। ਉਹ ਜਿੰਨੀ ਇਸ ਸਰੀਰ ਦੀ ਹੈ ਨਿਆਮਤ ਹੈ, ਉਹ ਬਖਸ਼ਿਸ਼ ਹੈ, ਉਨੀ ਇਹ ਇਕੱਲੇ ਇਕੱਲੇ ਇੱਕ ਇੱਕ ਬੱਚੇ ਦੀ, ਇੱਕ ਇੱਕ ਜੀ ਦੀ, ਉਹ ਹਰ ਇੱਕ ਦੇ ਵਾਸਤੇ ਉਹ ਹੀ ਬਖਸ਼ਿਸ਼ ਹੈ। ਤੇ ਫਿਰ ਉਹ ਸਭ ਘੱਟ ਬਿਰਾਜਮਾਨ ਹੈ। ਹੁਣ ਇੱਕ ਮਨੁੱਖ ਜਾਣਦਾ ਹੈ ਕਿ ਜਿਹੜਾ ਆਹ ਗਿਆਨ ਹੈ ਇਕੱਲਾ ਗਿਆਨ ਨਹੀਂ ਹੈ, ਗਿਆਨ ਦਾ ਸਾਗਰ ਉਹ ਪਰਮਾਤਮਾ ਮੌਜੂਦ ਹੈ, ਜਰੇ ਜਰੇ 'ਚ ਮੌਜੂਦ ਹੈ, ਇੱਥੇ ਬੋਲਣ ਵਾਲੇ 'ਚ ਵੀ ਮੌਜੂਦ ਹੈ, ਸੁਣਨ ਵਾਲੇ 'ਚ ਵੀ ਮੌਜੂਦ ਹੈ। ਤੇ ਹੰਕਾਰ ਕਿਵੇਂ ਕਰੇਗਾ? ਨਾਨਕ ਜੇ ਕੋ ਹੁਕਮੇ ਬੁੱਝੇ, ਜੇ ਜਾਣ ਲਵੇ ਸਮਝ ਲਵੇ ਤੇ ਹਉਮੈ ਕਹਿ ਨਹੀਂ ਸਕਦਾ। ਕਿੱਦਾਂ ਕਹੇਗਾ? ਜਿਹੜਾ ਗਿਆਨ ਦਾ ਸਾਗਰ ਇੱਥੇ ਉਹ ਸੁਣਨ ਵਾਲੇ 'ਚ ਵੀ ਉਹੀ ਬੈਠਾ ਹੈ, ਬਸ ਖੇਡ ਰਚਿਆ ਹੈ, ਅਡੰਬਰ ਹੈ, ਮਾਇਆ ਹੈ। ਕਿਉਂਕਿ ਹੰਕਾਰ ਕਰਨ ਲਈ ਤੇ ਕਮ ਸੇ ਕਮ ਇਹ ਚਾਹੀਦਾ ਹੈ ਨਾ, ਜੋ ਮੇਰੇ ਕੋ ਹੈ ਦੂਜੇ ਕੋ ਨਹੀਂ ਹੈ। ਹੋਰ ਹੰਕਾਰ ਕਾਹਦਾ ਹੁੰਦਾ? ਇਹ ਭਰਮ ਚਾਹੀਦਾ ਹੈ, ਇਹ ਮਾਇਆ ਚਾਹੀਦੀ ਹੈ, ਜੋ ਮੇਰੇ ਕੋ ਹੈ ਉਹ ਦੂਜੇ ਕੋ ਨਹੀਂ ਹੈ। ਜਿਵੇਂ ਹੁਣ ਸਾਰਿਆਂ ਨੂੰ ਲੱਗਦਾ ਹੈ ਮੈਂ ਸੋਹਣਾ ਹੈ ਦੂਜਿਆਂ ਨਾਲੋਂ, ਤੇ ਦੂਜੇ ਥੋੜੇ ਘੱਟ ਸੋਹਣੇ ਨੇ ਮੇਰੇ ਨਾਲ। ਜਿਵੇਂ ਸਾਰਿਆਂ ਨੂੰ ਲੱਗਦਾ ਹੈ ਮੈਂ ਸਿਆਣਾ ਹੈ ਦੂਜਿਆਂ ਦੇ ਨਾਲ, ਦੂਜੇ ਥੋੜੇ ਘੱਟ ਸਿਆਣੇ ਨੇ। ਗੁਰਸਿੱਖ ਤੇ ਸਾਧੂ ਬੜੇ ਕੀਮਤੀ ਹੁੰਦੇ ਇਸ ਸੰਸਾਰ ਵਾਸਤੇ। ਮਨੁੱਖ ਸਾਰੀ ਥਾਂ ਆਪਣੇ ਹੰਕਾਰ ਦਾ ਢੰਡੋਰਾ ਪਿੱਟਦਾ ਰਹਿੰਦਾ, ਮੈਂ ਸਿਆਣਾ ਮੈਂ ਸਿਆਣਾ। ਸਿਰਫ ਇੱਕ ਜਗ੍ਹਾ ਹੁੰਦੀ, ਜਿਹੜੇ ਆਪਣੇ ਗੁਰੂ ਕੋ ਰਹੇ ਹੁੰਦੇ, ਜਿਨ੍ਹਾਂ ਨੇ ਗੁਰੂ ਨੂੰ ਰੱਜ ਕੇ ਪ੍ਰੇਮ ਕੀਤਾ ਹੁੰਦਾ, ਜਿਨ੍ਹਾਂ ਤੇ ਗੁਰੂ ਪਿਤਾ ਨੇ ਮਿਹਰ ਭਰਿਆ ਹੱਥ ਰੱਖਿਆ ਹੁੰਦਾ, ਸਿਰਫ ਉਹੀ ਸਰੀਰ ਹੁੰਦੇ ਜਿੱਥੇ ਜਾ ਕੇ ਅਸੀਂ ਚੁੱਪ ਕਰਕੇ ਸ਼ਾਂਤ ਬਹਿ ਜਾਂਦੇ ਵੀ ਨਹੀਂ ਇਹ ਸਿਆਣਾ ਹੈ ਮੇਰੇ ਨਾਲ। ਉੱਦਾਂ ਹੀ ਕਿਤੇ ਰੁਕਦੇ। ਸਾਡੇ ਹੰਕਾਰ ਦੀ ਬੜੀ ਵੱਡੀ, ਦੁਨੀਆ ਦੇ ਹੰਕਾਰ ਦੀ ਬੜੀ ਵੱਡੀ ਉਸ ਜਗ੍ਹਾ ਤੇ ਇੱਕ ਰੁਕਾਵਟ ਹੈ। ਉੱਥੇ ਜਾ ਕੇ ਕਿਤੇ ਅਸੀਂ ਥੋੜਾ ਜਿਹਾ ਹੰਕਾਰ ਤੋਂ ਬਰੀ ਹੋ ਜਾਂਦੇ ਕਿ ਨਹੀਂ ਇਹ ਮੇਰੇ ਨਾਲੋਂ ਜ਼ਿਆਦਾ ਜਾਣਦਾ ਹੈ, ਇਹਦਾ ਆਬਾ, ਇਹਦੇ ਬੋਲ, ਇਹਦਾ ਰੰਗ, ਇਹਦਾ ਖੇੜਾ, ਇਹਦੀ ਖੁਸ਼ੀ, ਇਹਦੀ ਖੁਸ਼ਬੂ ਦੱਸਦੀ ਹੈ ਕਿ ਮੇਰੇ ਤੋਂ ਜ਼ਿਆਦਾ ਜਾਣਦਾ ਹੈ। ਮੈਂ ਤੇ ਉਰੇ ਜੇ ਦੀ ਬਾਤ ਕਰਦਾ ਹਾਂ, ਇਹ ਕੋਈ ਪਾਰਲੀ ਬਾਤ ਸੁਣਾਉਂਦਾ ਹੈ। ਜਿਸ ਅਵਸਥਾ ਤੇ ਤੁਸੀਂ ਹੰਕਾਰ ਤੋਂ ਮੁਕਤ ਹੋਵੋਗੇ ਉਹ ਤੁਹਾਨੂੰ ਬਹੁਤ ਕੀਮਤੀ ਹੋਣਗੀਆਂ। ਨੀਂਦ 'ਚ ਤੁਸੀਂ ਘੜੀ ਪਲ ਆਪਣੇ ਤਾਪ ਤੋਂ ਦੂਰ ਹੁੰਦੇ। ਨੀਂਦ ਬੜੀ ਪਿਆਰੀ ਹੈ, ਸਭਨਾਂ ਨੂੰ ਪਿਆਰੀ ਹੈ ਨਾ। ਆ ਫਿਲਮਾਂ ਦੇ ਵਿੱਚ ਕੀ ਹੁੰਦਾ, ਜਿਹੜੇ ਫਿਲਮਾਂ ਵੇਖਦੇ ਨੇ ਆਪਣੇ ਆਪ ਤੋਂ ਥੋੜੀ ਦੂਰੀ ਬਣ ਜਾਂਦੀ, ਬਸ ਜੋ ਚੱਲ ਰਿਹਾ ਹੈ ਉਹਦੇ ਚੁਲਝ ਜਾਂਦਾ ਬੰਦਾ, ਉਹ ਵੀ ਪਿਆਰੀਆਂ ਲੱਗਦੀਆਂ। ਨਸ਼ੇ ਦੇ ਵਿੱਚ ਵੀ ਇਹੋ ਕੁਝ ਹੀ ਹੁੰਦਾ। ਪਰ ਉਹਨੂੰ ਕੌਣ ਸਮਝਾਵੇ ਕਿ ਇੱਕ ਮਹਾ ਰੰਗ ਹੈ, ਜਿਸ ਦਿਨ ਤੂੰ ਆਪਣੇ ਆਪ ਤੋਂ ਮੁਕਤ ਹੋਇਆ, ਉਹ ਜਿਹੜਾ ਸਾਹਿਬ ਹੈ, ਉਹ ਜਿਹੜਾ ਜਰੇ ਜਰੇ 'ਚ ਉਹਨੇ ਪ੍ਰਗਟ ਹੋਣਾ। ਤੇ ਉੱਥੇ ਮਹਾ ਰੰਗ ਹੈ, ਉੱਥੇ ਮਹਾ ਖੁਸ਼ਬੂ ਹੈ। ਸਾਨੂੰ ਲੱਗਦਾ ਸਾਰੇ ਜਵਾਬ ਆ ਗਏ। ਸਮਾਪਤੀ ਕਰੀਏ ਫਿਰ। ਠੀਕ ਲੱਗ ਹਾਂਜੀ। ਜਿੱਦਾਂ ਹੁਣ ਆਪਣੇ ਰੋਜ਼ਮਰਰਾ 'ਚ ਆਪਾਂ ਘਰਾਂ ਦੇ ਵਿੱਚ ਵਾਸ਼ਨਾਵਾਂ ਦੇ ਅਧੀਨ ਆਪਾਂ ਸਾਰੇ ਕਾਰਜ ਕਰਦੇ ਹਾਂ, ਉਹ ਇਸ ਢੰਗ ਦੇ ਨਾਲ ਨੇ ਕਿ ਜਦੋਂ ਐਨ ਅੰਤ ਹੋ ਜਾਂਦਾ, ਐਂਡ ਹੋ ਜਾਂਦਾ, ਫਿਰ ਆਪਾਂ ਕਹਿੰਦੇ ਹਾਂ ਵੀ ਨਹੀਂ ਗੁਰੂ ਸਾਹਿਬ ਹੁਣ ਤੁਸੀਂ ਹੋਣਾ, ਸਾਡਾ ਵੱਸ ਦੀ ਗੱਲ ਨਹੀਂ। ਪਰ ਇਹ ਗੱਲ ਪਹਿਲਾਂ ਯਾਦ ਕਰਨ ਦੇ ਲਈ ਕੋਈ ਢੰਗ ਹੈ ਜਾਂ ਪਹਿਲਾਂ ਕਿਹੜਾ ਇੱਕ ਅਭਿਆਸ ਕੀਤਾ ਜਾ ਸਕਦਾ ਹੈ ਕਿ ਪਹਿਲਾਂ ਹੀ ਇਹਨੂੰ ਕਹਿ ਦਈਏ ਵੀ ਤੂੰ ਬਾਅਦ 'ਚ ਵੀ ਤਾਂ ਮੰਨਣਾ ਹੀ ਆ, ਹੁਣੇ ਮੰਨ ਜਾ, ਕਿਉਂ ਇਹਦੇ ਪਿੱਛੇ ਭਾਵੇਂ ਕ੍ਰੋਧ ਆ, ਲੋਭ ਆ, ਹੰਕਾਰ ਆ। ਪਰ ਇਹ ਕੁਛ ਰਿਮਾਈਂਡਰ ਪਹਿਲਾਂ ਲਾ ਸਕਦੇ। ਰਿਮਾਈਂਡਰ ਤੇ ਲੱਗਾ ਹੀ ਹੋਇਆ ਹੈ।
एक डॉक्टर साहब साडे मित्र ने, उन्होंने एक बार पूछया ही, उन्होंने कहन लगे खालसा जी इत्थे अमेरिका दे विच ना कुत्ते ज़्यादा भौंकण ना उन्हां दे गले च एक पटा पा दिंदे आ, वो जदों उच्ची भौंकदे तो उन्हां नूं शौक पैंदा है, करंट पैंदा है, तो जिन्नी वार करदे ते हौली हौली उन्हां नूं लगन लग पैंदा कि जदों मैं भौंकदा है ना उच्ची उदों मेरे इत्थे करंट पैंदा। कुछ सालों बाद पटा ला दिंदे ने, पर हैरानी की गल कुत्ता भौंकदा नहीं सारी उम्र। वो बड़े प्यार वाले ने ते सानूं कहन लगे खालसा जी इदां दा पटा कोई साडे वास्ते नहीं बनया, जदों क्रोध आवे ते करंट पवे। ते सेम तुहाडे वाला क्वेश्चन ही कईयां ना कहंदे कि नहीं हैगा है, करंट ते पैंदा है। तुसीं जिथे रत्ता भी पाक पवित्रता तो उरे परे होवोगे उस वेले करंट शुरू हो जाता, उस वेले उदासी शुरू हो जाती, उस वेले दुख शुरू हो जाता, उस वेले इरीटेशन शुरू हो जाती, उस वेले खिजना शुरू हो जाता, उस वेले दूजा जी जिहड़ा वो चंगा नहीं लगना शुरू हो जाता, उस वेले जीवन नरक होना शुरू हो जाता। पता तो है पिया होया पहले, जिहड़ा भाणे दा हुक्म दा उन्हें पहला ही पाया है। इस चीज़ का अभ्यास जिहड़ा है आप जी नूं पहलां ही दसिया सी कि अपने इत्थे अंदर रहना है, ते ऑलवेज खेड़े च रहना है, गाउंदे रहना है, सेवा च रहना है, झूमदे रहना है। जदों रत्ता भी उदासी आवे, रत्ता भी दुख आवे, रत्ता भी तड़फ आवे, ईरखा आवे, निंदिया आवे, नफरत आवे, एक ही बात है कि मार्ग सही नहीं चल रहा, बस तुसीं कुछ गड़बड़ कर ली, नहीं तो नहीं होएगा। ये जिंदगी जिहड़ी वो साहिब ने बख्शी है किते दुख भोगण नूं थोड़ी दित्ती है, इत्ते महारंग नूं है दित्ती। ते सब आप जी दा जिहड़ा वो मन्निया चीज़ां ने, बस ਉਹਦਾ ध्यान रखिया करो। जदों दुख आवे पता है गड़बड़ है कुछ। एक हैरानी की बात आप जी नूं दसदे हैं, दुख आप जी दे बुरे कर्म च नहीं है, दुख आप जी दी बुरी भावनी च, बुरी सोच च, उदों शुरू हो जाता। फिर पहला एक गलती, फिर दो गलती, फिर तीन गलती, फिर चार गलती, फिर हौली 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 करदियां करदियां जिहड़ा है वो सफाइयां दिंदे, झूठ बोलदे, इधरों उधरों गल्लां बातां करदे, वो किन्ना ही कुछ विगाड़ लैंदा, कई कुछ होर ही बन जांदा। हाँ जी शेरा, दुख दारू किद्दां होया? दुख दारू किद्दां होया? जे दुख नूं दारू दी तरह लै लिया जावे ते, जे दुख नूं दारू दी तरह समझ लिया जावे ते, जदों दुख आवे उस वेले पता लगे कि मैं कुछ गड़बड़ कर ली, मेरा कोई कदम गलत होया, तो उस साहिब का नाम दारू जिहड़ा है उस वेले लिया जावे ते, उस वेले उहदी जिहड़ी पाक गुणा की खेड है उन्होंने अपनाया जावे ते ये दुख महादारू बनता है। हुण जदों किते माता पिता नाल झूठ बोलदा, जदों बाथरूम च वड़ के वीडियो गेम खेडदा हुंदा ते दुख बनदा ना, नाल डर भी पैदा हुंदा कि बाहर जाके ते फोन लुका के किदां लिआउंदा होएगा, जेब चुप च पा के किते खिड़की दे पिछे अते वे किन्ना डर पैदा हो गया ना पहले कि बेचारा खिड़की दे पिछों दी फोन लुका के ते किते पता ना लग जाए, फड़िया ना जाए, है ना। फिर तू सोच उस वेले जिहड़ा बंदा तेरे एकदम उत्ते आ जाए तेनू फड़े, तो उदों भी दुख पैदा हो गया ना, नाले डर भी पैदा हो गया, नाले इज्जत भी जांदी लगी। अभी हुण ही गल करते हैं तो गहरे च किते किते लगता ना कि यार बेइज्जती जी होंदी, किदे तो होई, कोई गलती की, ਉਹਦੇ तो ही ये सारा दुख पैदा होया। पर जे तू इनू समझ जाए कि दुख पैदा किद्दां हो रहा तो दारू बनेगा ना। फिर जिंदगी च अजिही घटना घटेगी कि एक समा भी इदां दा नहीं आएगा जिस दिन दुख आएगा, एक क्षण भी इदां दा नहीं आएगा जदों दुख आएगा, ते ना ही डर आएगा। वो डर दे डिस्कलेमर ने जिहड़ी तुसीं उत्ते बात करदे, क्यों डर आएगा?
ਜਦੋਂ ਸੱਚੀ ਬਾਤ ਹੈ ਕਿਸੇ ਧੁਰ ਤੋਂ ਪ੍ਰਗਟ ਹੋ ਰਹੀ ਏ, ਵਹਿ ਰਹੀ ਏ ਬਸ ਆਪਣੀ ਖੁਸ਼ਬੂ ਆਪਣੀ ਰੰਗ ਦੇ ਵਿੱਚ, ਤੇ ਤੁਸੀਂ ਤੇ ਬਰੀ ਹੋ ਬਿਲਕੁਲ, ਕੀ ਹੋਏਗਾ ਉਤੇ? ਪਾਕ ਖੇਡ ਦੇ ਵਿੱਚ, ਪਾਕ ਰੰਗ ਦੇ ਵਿੱਚ ਡਰ ਨਹੀਂ ਹੋਏਗਾ, ਦੁੱਖ ਨਹੀਂ ਹੋਏਗਾ, ਚਿੰਤਾ ਨਹੀਂ ਹੋਏਗੀ, ਬਿਪਤਾ ਨਹੀਂ ਹੋਏਗੀ। ਇਹ ਸਮਝ ਲੈਣਾ ਬਾਤ ਨੂੰ। ਤੇ ਬੜੇ ਮਹਾਰੰਗ ਨੇ। ਕੋਈ ਤੁਹਾਡਾ ਬੁਰਾ ਇਲਜ਼ਾਮ ਹੀ ਲਾ ਦੇ, ਸਾਰੀ ਦੁਨੀਆ ਰੌਲਾ ਪਾ ਪਾ ਕੇ ਤੁਹਾਨੂੰ ਬੁਰਾ ਵੀ ਬਣਾ ਦੇਵੇ ਨਾ, ਤੁਹਾਨੂੰ ਤਾਂ ਵੀ ਦੁੱਖ ਨਹੀਂ ਆਏਗਾ। ਤੇ ਗੁਰੂ ਮਹਾਰਾਜ ਦੇ ਯੋਧਿਆਂ ਨੇ ਵੇਖੋ ਕਿੰਨੇ ਉੱਚੇ ਰੰਗ ਇਹੋ ਹੀ ਕਰਕੇ ਵਿਖਾਲੇ। ਕਿਤੇ ਚਰਖੜੀਆਂ ਤੇ ਉਹਨਾਂ ਨੂੰ ਕਿਤੇ ਦੁੱਖ ਲੱਗਦਾ, ਪੀੜਾ ਹੁੰਦੀ, ਕਿਤੇ ਆਰਿਆਂ ਦੇ ਥੱਲੇ ਖਲੋਤੇ ਦੇਗਾਂ ਚੁੱਭਲਦੇ ਕਿਤੇ ਦੁਖੀ ਹੁੰਦੇ ਨੇ। ਮਹਾ ਖੇੜੇ 'ਚ ਨੇ, ਮਹਾ ਰੰਗ 'ਚ ਨੇ, ਗਾਉਂਦੇ ਨੇ। ਸਾਨੂੰ ਯਾਦ ਹੈ ਅਸੀਂ ਇੱਕ ਵਾਰ ਇੱਧਰ ਐਲਾਬਾਮਾ ਵਾਲੀ ਸਾਈਡ ਤੇ ਸੀ ਕਿਤੇ, ਤੇ ਕੁਝ ਗੁਣ ਗਣਾ ਰਹੇ ਸੀ ਗੁਰੂ ਮਹਾਰਾਜ ਦੀ ਪੰਕਤੀ, ਜਿਵੇਂ ਸਾਡਾ ਸੁਭਾਅ ਹੋਏ। ਤੇ ਉੱਥੇ ਇੱਕ ਗੋਰੀ ਭੈਣਾ ਸੀ, ਤੇ ਉਹ ਸਾਡੇ ਵੱਲ ਵੇਖ ਕੇ ਤੇ ਬੜੀ ਖੁਸ਼ ਹੋਈ, ਤੁਹਾਨੂੰ ਕਹਿਣ ਲੱਗੀ ਕਿ ਤੁਸੀਂ ਵਾਹ ਵਾਹ ਹੈਪੀ ਲੱਗਦੇ ਅੱਜ। ਇੰਕੇ ਕਿਉਂ? ਕਹਿੰਦੀ ਕਿਉਂਕਿ ਗਾ ਰਹੇ ਹੋ ਨਾ। ਜ਼ਿਆਦਾਤਰ ਤੇ ਸੰਸਾਰ ਗੀਤ ਜਿਹੜਾ ਏ ਕੋਈ ਗਾਉਨੇ ਹੋ, ਗਾਉਣਾ ਜਿਹੜਾ ਏ ਉਹ ਖੁਸ਼ੀ ਦਾ ਪ੍ਰਤੀਕ ਹੈ ਕਿ ਗਾਉਨੇ। ਤੁਸੀਂ ਸੋਚ ਕੇ ਵੇਖੋ ਜਿਹੜੇ ਆਰਿਆਂ ਥੱਲੇ ਵੀ ਜਪਜੀ ਸਾਹਿਬ ਗਾਉਂਦੇ, ਜਿਹੜੇ ਰੰਬੀਆਂ ਥੱਲੇ ਵੀ ਗਾਉਂਦੇ, ਉਹ ਕਿੰਨੇ ਕੁ ਖੁਸ਼ ਹੋਣਗੇ। ਜਿਸ ਦਿਨ ਤੁਸੀਂ ਉਸ ਮਹਾਰੰਗ ਨੂੰ ਸਮਝੋਗੇ, ਉਸ ਮਹਾ ਰੰਗ ਨੂੰ ਜੀਓਗੇ, ਉਸ ਖਾਲਸਾ ਕੀ ਹੈ? ਜਿਹੜਾ ਖਾਲਸ ਰਹਿੰਦਾ ਹੈ, ਜਿਹੜਾ ਖਾਲਸ ਕਰਮ ਕਰਦਾ ਹੈ। ਤੁਸੀਂ ਆਪਣੇ ਰੋਜ਼ ਨਿੱਕੇ ਨਿੱਕੇ ਪਲਾਂ ਨੂੰ ਖਾਲਸ ਕਰਕੇ ਆਪਣੇ ਹਿੱਸੇ ਜੋੜੀ ਜਾਵੋ। ਜਿਸ ਦਿਨ ਉਹ ਰੀਝ ਗਿਆ, ਉਹਨੇ ਪੂਰਨ ਆਪਣਾ ਖਾਲਸਾ ਸਵਰੂਪ ਆਪ ਜੀ ਨੂੰ ਦੇ ਦੇਣਾ। ਤਾਈਓ ਤੇ ਉਹ ਸਤਿਗੁਰੂ ਗਾਉਂਦੇ ਨੇ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੂੰ ਨਿਵਾਸ। ਉਸ ਦਿਨ ਉਹ ਖੁਦ ਨਿਵਾਸ ਕਰੇਗਾ। ਨਿਵਾਸ ਤੇ ਕਰਦਾ ਹੈ, ਪ੍ਰਗਟ ਹੋ ਕੇ ਕਰੇਗਾ, ਖੁਦ ਹੀ ਰਹੇਗਾ ਉਸ ਦਿਨ। ਤੇ ਫਿਰ ਉਹਨੂੰ ਦੁੱਖ ਕਾਹਦਾ, ਉਹਨੂੰ ਚਿੰਤਾ ਕਿਸ ਬਾਤ ਦੀ? ਉਹਦਾ ਤੇ ਨਾ ਕੋਈ ਸ਼ਰੀਕ ਹੈ, ਨਾ ਦੁਸ਼ਮਣ ਹੈ, ਉਹਦਾ ਸਭ ਆਪ ਹੀ ਤੇ ਆਪ ਹੈ। ਬਸ ਜਿਹੜੀ ਬੁਰੇ ਕਰਮ ਨੇ, ਉਹ ਜਿਹੜਾ ਮਨ ਮਾਂਜਣਾ ਹੈ, ਉਹ ਧੁੰਦ ਤੋਂ ਉਹਨਾਂ ਨੂੰ ਮਾਂਜਣਾ ਹੈ। ਬਸ ਸੋਚਿਆ ਕਰੋ ਏਦਾਂ ਹੋਏਗਾ ਵੀ ਤੇ ਫਿਰ ਵੀ ਕੀ ਹੋਏਗਾ। ਜਿਵੇਂ ਏਦਾਂ ਕਰ ਵੀ ਲਵੇਂਗਾ, ਇਹਦਾ ਰਿਜ਼ਲਟ ਕੀ ਨਿਕਲੇਗਾ? ਵੱਧ ਤੋਂ ਵੱਧ ਕੀ ਹੋਏਗਾ? ਕੁਝ ਨਹੀਂ ਹੋਏਗਾ। ਤੇ ਆਲਵੇਜ਼ ਪੁੱਤ ਸੱਚ ਦਾ ਸਾਥ ਦੇਣਾ। ਠੀਕ ਹੈ, ਹੁਣ ਛੁੱਟੀ ਕਰੀਏ। ਖੇਡਣਾ ਜਾ ਕੇ ਹੁਣ ਕਿੱਦਾਂ ਖੇਡਣਾ? ਵਾਹਿਗੁਰੂ ਜੀ ਨੂੰ ਯਾਦ ਕਰ। ਇੱਕ ਅਭਿਆਸ ਹੈ, ਖੇਡਦਿਆਂ ਖੇਡਦਿਆਂ ਕੋਈ ਬਾਣੀ ਸਤਿਗੁਰੂ ਦੀ ਜਿਹੜੀ ਉਹ ਗਾਉਣੀ ਸ਼ੁਰੂ ਕਰ ਦੇਣੀ ਅੰਦਰ ਅੰਦਰ ਮਨ ਨਾਲ। ਜਿਨ੍ਹਾਂ ਨੇ ਨਹੀਂ ਸੁਣਿਆ ਉਹ ਸੁਣ ਲਿਓ, ਸਮਝ ਲਿਓ। ਕਈ ਵਾਰ ਸੁਣਿਆ ਜਾਂਦਾ ਹੈ ਕਿ ਜਿਹੜੇ ਕਈ ਗੁਰਸਿੱਖ ਨੇ ਨਾ, ਉਹ ਕੰਮਕਾਰ ਕਰਦਿਆਂ, ਗੱਲਾਂ ਕਰਦਿਆਂ ਵੀ, ਕਈ ਹੋਰਨਾਂ ਸੰਸਾਰੀ ਕਾਰਜਾਂ ਦੇ ਵਿੱਚ ਵੀ ਬਾਣੀ ਗਾਉਂਦੇ ਰਹਿੰਦੇ ਅੰਦਰ। ਕਈ ਵਾਰ ਕਿਸੇ ਗੁਰਸਿੱਖ ਨੂੰ ਪੁੱਛੀਏ ਕਿ ਭਾਈ ਤੂੰ ਰਹਿਰਾਸ ਸਾਹਿਬ ਕਰ ਲਈ, ਤੇ ਉਹ ਕਹੇਗਾ ਮੈਂ ਕਰ ਲਈ। ਤੇ ਵੇਖਣ ਨੂੰ ਲੱਗੇਗਾ ਯਾਰ ਇਹ ਤੇ ਖੇਡਣ ਡਿਆ ਸੀ, ਹੱਸਣ ਡਿਆ ਸੀ, ਗੱਲਾਂ ਕਰਨ ਡਿਆ ਸੀ, ਇੰਨੀ ਰਹਿਰਾਸ ਸਾਹਿਬ ਕਿਹੜੇ ਵੇਲੇ ਕਰ ਲਈ? ਮੇਰੀ ਤੇ ਅਜੇ ਹੋਈ ਨਹੀਂ। ਹੁਣ ਇਹ ਸੁਣ ਕੇ ਤੇ ਕਈ ਆਲਸੀਆਂ ਨੇ ਜਿਹੜਾ ਇਹ ਬਹਾਨਾ ਬਣਾ ਲੈਣਾ ਕਿ ਆਹ ਕੰਮ ਵਧੀਆ ਯਾਰ, ਜਿੱਦਣ ਨਹੀਂ ਵੀ ਕੀਤੀ ਨਾ ਉਦਣ ਇਹ ਕਹਿ ਦਿਆ ਕਰਾਂਗੇ ਅਸੀਂ ਤੇ ਅੰਦਰੇ ਅੰਦਰ ਕਰ ਲਈ, ਹੈ ਨਾ ਕਿ ਨਹੀਂ? ਵੀਡੀਓ ਗੇਮ ਖੇਡਦਿਆਂ ਵੀ ਕਹਿ ਸਕਦੇ ਅਸੀਂ ਤੇ ਵੀਡੀਓ ਗੇਮ ਖੇਡਦਿਆਂ ਹੀ ਕਰ ਲਈ। ਪਰ ਇਹ ਬੇਈਮਾਨੀ ਕਰੋਗੇ ਤੇ ਆਪਣੇ ਆਪ ਨੂੰ ਹੀ ਧੋਖਾ ਹੈ। ਦੂਜੇ ਦਾ ਨੁਕਸਾਨ ਨਹੀਂ ਹੈ, ਆਪਣਾ ਨੁਕਸਾਨ ਹੈ, ਖੁਦ ਦਾ ਨੁਕਸਾਨ ਹੈ। ਇੱਕ ਬੜੀ ਸੋਹਣੀ ਖੇਡ ਹੈ, ਇੱਕ ਸ਼ਕਤੀ ਹੈ ਪ੍ਰਮਾਤਮਾ ਜੀ ਦੀ ਜਿਹੜੀ ਆਲਰੇਡੀ ਤੁਹਾਡੇ ਕੋਲ ਹੈ, ਸਭਨਾਂ ਦੇ ਕੋਲ ਹੈ, ਬੱਚਿਆਂ ਦੇ ਕੋਲ ਹੈ, ਵੱਡਿਆਂ ਦੇ ਕੋਲ ਹੈ, ਸਭਨਾਂ ਦੇ ਕੋਲ। ਗੁਰੂਪਤ ਇੱਕ ਸ਼ਕਤੀ ਹੈ ਸਤਿਗੁਰੂ ਦੀ ਜਿਹੜੀ ਸਭਨਾਂ ਦੇ ਅੰਦਰ ਹੈ। ਖੇਡ ਕੀ ਹੈ ਉਹਦੇ ਵਿੱਚ?
ਹੁਣ ਤੁਸੀਂ ਕਈ ਵਾਰ ਵੇਖਿਆ ਕਿ ਤੁਸੀਂ ਗੱਡੀ ਚਲਾਉਂਦੇ ਆ, ਤੁਹਾਨੂੰ ਰੋਡ ਮੈਪ ਵੀ ਯਾਦ ਹੁੰਦਾ ਕਿ ਮੇਰਾ ਘਰ ਕਿਸ ਡਾਇਰੈਕਸ਼ਨ ਨੂੰ ਹੈ। ਜਦੋਂ ਮੋੜ ਆਉਂਦਾ ਏ, ਟਰਨ ਆਉਂਦੀ ਏ, ਤੁਸੀਂ ਮੋੜ ਵੀ ਮੋੜ ਲੈਂਦੇ, ਜਿੰਨੀ ਰੇਸ ਦੇਣੀ ਉਹ ਵੀ ਏ। ਇੱਕ ਧਿਆਨ ਅੱਗੇ ਦੇਖ ਰਿਹਾ ਹੈ ਕਿ ट्रैफिक किद्दां है, ट्रैफिक स्लो तो नहीं होगी, ब्रेक तो नहीं लग गई, अगे जिहड़ी लाइट है वो सिग्नल ते वो रैड होगी कि ग्रीन होगी, सब कुछ आउंदा है ना। दूजी कार मेरी लागे तो नहीं आ गई, किन्नियां चीज़ां ने। पर नाल नाल एक सोच तुसीं कुछ होर ही सोचण दे हुंदे, कोई अपनी सोच उलझे भी हुंदे। वो एक सोच जिहड़ी है वो किसी अपनी वासना के होमे हो सकदा शेख चिली बने होवो कि मेरी लाटरी निकल आवे, फिर मैं वड्डी जी गड्डी लऊँगा, फिर मैं आ कर लऊँगा, मेरी इदां नौकरी हो सकदा कि मीटिंग च जांदे होवो ते सोचण ये डे होवो कि उत्थे मैं आ गल करूँगा, मीटिंग च आ कहूँगा, मीटिंग च आ कहूँगा, पर उहदे नाल नाल ट्रैफिक भी वेखी जा रहे हो, सिग्नल भी रैड लाइट वेखी जा रहे हो, स्टॉप साइन भी वेखी जा रहे हो, स्पीड भी वेखी जा रहे हो, उहदे जिहड़े टर्न ने मोड़ ने वो भी करी जा रहे हो, किन्ना कुछ करी जा रहे हो। एक होर इस तो भी नेड़े की एग्जाम्पल दिने, बाणी पढ़ते हो ना कई बार, तो कई बार वेखिया गुटका साहब तो बाणी पढ़ रहे होने, अगली पंक्ति वेखी जा रहे हैं कि इत्थे पंक्ति है, अगली पंक्ति ते भी जा रहे हैं, बाणी पढ़ भी रहे हैं, सारा कुछ कर रहे हैं, पर आ जिहड़ा ध्यान है कुछ होर ही सोच रहा है, ये होर ही सुपनियां दी दुनिया च गया है। बस इनू उल्टा कर देना है। जिवें रसना पढ़ रही है, अखां वेख रही ने, अंग भी अगे फरोल रहे हैं, इनू उल्टा कर देना है। हुण जिहड़ा वो चितवनी है उहदे च गुरु महाराज दी बाणी स्वरूप नूं लै आवना है, ते जिहड़ी बाहर रसना है उहदे च संसारी कारज जिहड़ी बाहरलियां इंद्रियां ने उह च लै आवना है। सतगुरु बड़ा सोहना बाणी ते समझाउंदे ने। वो भगत तरलोचन जी ते भगत नामदेव जी दे आपो चों दी उन्हां दी विचार है ना गुरबाणी सतगुरु दे दर कि पुछदे ने भगत नाम जी नूं कि तू नामे ये माया ना मोया गया, तू तो काम ही करी जाना, परमात्मा नू याद कदों करेगा। कि अगों किड्डा सोहना जवाब दिंदे ने, है ना। वो कहंदे ने कि नहीं इदां खेड नहीं है, खेड इदां है कि हाथ पाओ कर काम सब चीत निरंजन नाल, उहदे नाल चित रखना है, हाथ पाओ नाल काम कर लेना है, सारा कुछ कर लेना, चित उहदे नाल रहना चाहिए। हुण एक अवस्था है बड़ी सोहनी जिहड़ी भगत नामदेव जी दे कोल है, जिस दा जिक्र हो भगत तरलोचन जी नूं दस रहे ने कि आ एक अवस्था है। असीं कदी नहीं सोचते कि ये अवस्था सानू कदों मिलेगी कि साडा चित्त परमात्मा ना रवे, हथ पाओ ना असीं काम सारे करी जाइए, असीं उल्टा ते करी जा रहे। असीं पुछदे हैं कि भगत नामदेव जी नूं कि मिलू किदां, गुरु साहब नूं पुछदे हैं मिलू किदों, मेरे ते किदों ये घटना घटूगी जिहड़ी अज भगत नामदेव जी ते घट रही है कि वो चित्त दे विच हे प्यारे तैनूं याद करदे ने, तैनूं गाउंदे ने, तेरे नाल रंग रलियां माणदे ने, हत्थां पाओं तो चरखा कत्ती जांदे, घर दे काम काज करी जांदे ने। ये अवस्था है जे गुरबाणी च है ते है, फिर मैनूं कदों मिलेगी? कि आप जी नूं नहीं चाहिदी? सोच के देखो नहीं चाहिए। किन्नी बार ये शब्द गाविया है सतगुरु दा, पर इस अवस्था नूं प्राप्त करन दा कोई हीला नहीं कीता, उद्यम नहीं कीता। ये हीला ये उद्यम ही सिੱਖੀ कमाउणा है, होर सिੱਖੀ की है? इन्हां अवस्थावां नूं, इन्हां महारंगां नूं, अपने प्यारे दी भगती नूं धारण कर लेना, इहो ते सिੱਖੀ है कि इन्हां गुणां नूं प्रगट कर लेना। हुण इहदा अभ्यास है, तरीका है कि जदों काम काज शुरू करो, जदों असीं पहली बार अज तो कई साल पहला ये सतगुरु तो पुछया सी ते अभ्यास कीता सी इहदा, ते शुरुआत च इदां सी कि मूल मंत्र साहब जी दा जाप शुरू कीता है, फिर जपजी साहब दा, चौपाई साहब ते जपजी साहब दा करदे। हुंदा की ही जदों संसारी कारजां च रहिंदे ही ते कई बार भुल जांदे, ये भी चेता भुल जाता है कि अंदर पंक्ति केड़ी ते जा रही, केड़ी पंक्ति ही जिहड़ी गाउणी। फिर वापस पिछों जिथों भी शब्द याद होवे जां जिथों पता इथों कीता, फिर उत्थों शुरू कर देना, जे नहीं याद फिर शुरू तो कर देना, सारा दिन लगे रहना बस इहो करदे करदे।
साधुआं दी दुनिया च जिन्हां ने कमाइयां कीतियां ने ना, वो जानते ने कि ये करदियां करदियां ये भी अवस्था आउंदी है कि आप जी दी वो जिहड़ी सुरत है ना अंदर गहन ध्यान दी, वो जिहड़ी चितवनी है जिथे चीत नरंजन नाल है, वो इन्ना अपने प्यारे जिहड़ा बाणी स्वरूप परमात्मा है उहदे नाल इन्ना जुड़ जांदा है कि जे किते तुसीं बाणी पढ़दिया पढ़दिया नींद आ जावे, सौं भी जाओ, तो जदों उठोगे तो वो जिहड़ा चीत है ना उसे बाणी की उत्थे ही पंक्ति ते हुंदा जिथे होना चाहिए। कई बार इदां भी अवस्था आउंदी है कि गल्लां करदियां करदियां तुसीं रुक जाने, अंदर जिहड़ा वो बाणी का प्रवाह है वो रुक जांदा, पर जदों दूजा बंदा अपनी गल दसन लगदा तुसीं सरोते हो जाने, वो नाल ही वापस फिर चल पैंदा, ते कई बार बात करदियां करदियां भी वो चली जांदा। सेम उदा ही जिद्दां तुसीं गड्डी चलाउण दी एग्जाम्पल दित्ती तुहानूं, सेम उदा ही जिवें बाणी पढ़दियां उल्टा करदे हो बस। ते इह अभ्यास नूं कमायो। हुण तुसीं सारिਆਂ ने ग्राउंड 'ਚ जाना ना बच्चिਆਂ ने, ते उत्थे अभ्यास करियो। हुण आपां दोवें काम इकट्ठे इकट्ठे करन दी कोशिश करनी, अभ्यास करना, ते सतगुरु भला करन सबनां नूं ये रंग बख्शण कि सारी जिंदगी उस प्यारे नूं गाउंदे, उहदियां रंग रलियां माणदे, उहदा प्रेम माणदे, उहदी खुशबू उहदी महिमा नूं माणदे, जिहड़ा ये जीवीए। ते फिर आप जी नूं दूरों वेख के ही कोई आप जी दे रंग नूं कहेगा कि ये गुरु नानक दा सच्चा सिख तुरिया आउंदा। फिर आप जी को निंदिया करन दी, उहदे औगण फरोलण दी, उहदियां बेईमानियां फरोलण दा समा नहीं है। फिर हाँ किते सेवा लगेगी तो हो सकता कह दिओ कि नहीं भाई इदां नहीं इदां। जिस दिन वो समझाउण दी सेवा लाएगा उस दिन कह सकते हो कि इदां नहीं इदां, नहीं तो इन्ना समा नहीं है कि तुसीं वो हीरे मोतियां दा खजाना छड्ड के ते रूड़ी नूं फरोलदे फिरो। सतगुरु सबना ते भला कर, भुल चुक दी क्षमा। आओ उस प्यारे नूं 2 मिनट लई याद करिए। फिर रीझना जिवें आप जी नूं दस्सिया है ना, पूरे प्रेम नाल। बड़े साल हो गए गुरु नानक पिता नूं ये रंग दिते हैं, गुरु गोबिंद पातशाह नूं ये खेड दिते हैं। जिवें पहलां दस्सिया है ना शुरुआत, फतेह रीझना बुलाउणी है, दिलों बुलाउणी, हर एक नूं रीझना बुलाउणी है, बस उतों उतों नहीं बुलाउणी। ये गल याद रखियो, ये 2 अभ्यास ने जिहड़े हुण पक्के कमाउणे ने, कोशिश करनी है, ठीक है। बस हुण जिहड़ा पहलां की जिहड़े अभ्यास उदां करदे हो ते करदे ही हो, हुण जदों खेडदे हो, गल्लां करदे हो, कार चलाउंदे हो, इशनान पान करदे हो, प्रशादा पकाउंदे, इहदे नाल नाल ये अभ्यास भी जिहड़ा ये कमाउणा है। ते फतेह पूरी रीझना, फतेह वेले नहीं वेखना कि सिंह कौन है, ये बुरा है, ये चंगा है, ये मेरा है, ये बेगाना है। ये पुराने लोग करते सी कि जी कलैना है, ये मत्थे नहीं लगना, हाय हाय मैं मर गया, हाय आह की हो गया, हाय आह कित्थों मैनू दिख पिया। ते गुरु महाराज ने कहा तू परमेश्वर वेख, हर एक च ओ साहिब नूं वेख। ते ये बंदगी है, भगती है। तो उस तरह फिर रीझना फतेह बुलायो। आओ उस प्यारे नूं याद करिए। हे पिता जी दया करिए। वाहे गुरु वाहे गुरु वाहे गुरु वाहे गुरु
मेरे वाहे गुरु प्यारे वाहे गुरु वाहे गुरु वाहे गुरु वाह होइयां बेअंत भुल्लां दी खिमा आओ गज के बुलाइए फतेह वाहिगुरू जी का खालसा वाहिगुरू जी की फतेह। गुरु